ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। किताब जियोपॉलिटिक्स, लेखक नवनीत चतुर्वेदी। अध्याय दूजा, इल्यूमिनाती ਅਤੇ ਹਾਊਸ ਆਫ ਰੋਥਸਚਾਇਲਡ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਇੱਦਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੇ ਕਰਦੇ ਰਹਿਣਾ। ਜਿਓਪੋਲਿਟਿਕਸ ਨੂੰ ਸਮਝਣ ਲਈ ਦੋ ਨਾਮ ਕਾਫੀ ਹਨ। ਇੱਕ ਹੈ ਇਲੂਮੀਨਾਤੀ ਅਤੇ ਦੂਜਾ ਹੈ ਹਾਊਸ ਆਫ ਰੋਥਸਚਾਇਲਡ। ਦੋਵਾਂ ਦਾ ਇਤਿਹਾਸ ਤਾਂ ਕਾਫੀ ਪੁਰਾਣਾ ਹੈ, ਕਰੀਬ 16ਵੀਂ ਅਤੇ 17ਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ। ਇਲੂਮੀਨਾਤੀ ਗੁਪਤ ਸੰਸਥਾ ਹੈ ਜਿਸ ਨੇ ਆਪਣਾ ਅਜਿਹਾ ਮਾਡਲ ਤਿਆਰ ਕਰਨਾ ਸੀ ਜਿਸ ਨੂੰ ਨਿਊ ਵਰਲਡ ਆਰਡਰ ਕਹਿ ਸਕਦੇ ਹਾਂ, ਅਤੇ ਇਸਲਾਮ ਧਰਮ ਦੇ ਲੋਕ ਅਤੇ ਵਿਦਵਾਨ ਮੌਲਾਨਾ ਇਸ ਨੂੰ ਬਿਹਤਰ ਢੰਗ ਨਾਲ ਸਮਝਦੇ ਹਨ। ਦੂਜੇ ਪਾਸੇ ਹਾਊਸ ਆਫ ਰੋਥਸਚਾਇਲਡ ਹੈ ਜੋ ਪੂਰੇ ਇੰਗਲੈਂਡ, ਯੂਰਪ ਦੇ ਕਈ ਦੇਸ਼ਾਂ ਸਮੇਤ ਅਮਰੀਕਾ ਦੀ ਬੈਂਕ ਵਿਵਸਥਾ ਨੂੰ ਦੇਖ ਰਿਹਾ ਹੈ। ਅੱਜ ਵੀ ਇਹਨਾਂ ਦੋਹਾਂ ਬਾਰੇ ਇਹੀ ਸਮਝਿਆ ਜਾਂਦਾ ਹੈ ਕਿ ਇਹ ਆਪਣੇ ਨਿਊ ਵਰਲਡ ਆਰਡਰ ਦੇ ਰਾਹੀਂ ਪੂਰੀ ਦੁਨੀਆ ਨੂੰ ਚਲਾ ਰਹੇ ਨੇ। ਰੋਥਸਚਾਇਲਡ ਇੱਕ ਬੈਂਕਰ ਪਰਿਵਾਰ ਸੀ ਜਿਸ ਨੇ ਉਸ ਸਮੇਂ ਇੰਗਲੈਂਡ ਦੀ ਰਾਣੀ ਅਤੇ ਹੋਰ ਕਈ ਦੇਸ਼ਾਂ ਦੇ ਰਾਜਿਆਂ ਨੂੰ ਕਰਜ਼ ਦਿੱਤਾ। ਉੱਥੋਂ ਦੀ ਬੈਂਕਿੰਗ ਅਰਥ ਵਿਵਸਥਾ ਨੂੰ ਆਪਣੇ ਅਧੀਨ ਰੱਖਦੇ ਸਨ, ਇੱਥੋਂ ਤੱਕ ਕਿ ਅੱਜ ਵੀ ਇਹਨਾਂ ਦਾ ਹੀ ਦਬਦਬਾ ਹੈ। 18ਵੀਂ ਸਦੀ 'ਚ ਇਹ ਗਰੁੱਪ ਅਮਰੀਕੀ ਬੈਂਕ ਵਿਵਸਥਾ 'ਤੇ ਆਪਣਾ ਦਬਦਬਾ ਬਣਾ ਚੁੱਕੀ ਹੈ। ਕਈ ਵਾਰ ਇਹ ਆਪਣੇ ਫਾਇਦੇ ਲਈ ਦੋ ਮੁਲਕਾਂ ਨੂੰ ਆਪਸ ਵਿੱਚ ਲੜਵਾ ਦਿੰਦੇ ਸਨ ਅਤੇ ਫਿਰ ਦੋਹਾਂ ਨੂੰ ਕਰਜ਼ਾ ਵੀ ਦਿੰਦੇ ਸਨ। 1838 ਈਸਵੀ ਵਿੱਚ ਨਾਥਨ ਰੋਥਸਚਾਇਲਡ ਨੇ ਇੱਕ ਬਿਆਨ ਦਿੱਤਾ, ਮੈਨੂੰ ਤੁਸੀਂ ਆਪਣੇ ਦੇਸ਼ ਦਾ ਪੈਸਾ ਛਾਪਣ ਲਈ ਦਿਓ ਤੇ ਉਸ ਦਾ ਕੰਟਰੋਲ ਦੇ ਦਿਓ, ਮੈਂ ਪਰਵਾਹ ਨਹੀਂ ਕਰਾਂਗਾ ਉਸ ਦੇਸ਼ ਦੇ ਨਿਯਮ ਕੌਣ ਬਣਾ ਰਿਹਾ ਹੈ। ਇਲੂਮੀਨਾਤੀ ਦਾ ਨਾਮ 15ਵੀਂ ਸਦੀ ਦੇ ਇੱਕ ਜਰਮਨ ਫਿਰਕੇ ਦੇ ਲੋਕਾਂ ਦੁਆਰਾ ਇਸਤੇਮਾਲ ਕੀਤਾ ਗਿਆ। ਉਹ ਜਾਦੂ ਟੂਣਾ ਕਰਦੇ ਅਤੇ ਖੁੱਲ੍ਹੇਆਮ ਉਸ ਰੌਸ਼ਨੀ ਨੂੰ ਆਪਣੇ ਅਧੀਨ ਰੱਖਣ ਦਾ ਦਾਅਵਾ ਕਰਦੇ ਜਿਸ ਦਾ ਅਧਿਕਾਰ ਲੂਸੀਫਰ ਨੇ ਆਪਣੇ ਕੋਲ ਰੱਖਿਆ ਜਦੋਂ ਉਹ ਸ਼ੈਤਾਨ ਬਣਿਆ। ਇਸ ਗੁਪਤ ਸੰਸਥਾ ਦੇ ਮੁੱਢ ਨੂੰ ਦਸਤਾਵੇਜ਼ ਬੰਦ ਕਰਨ ਵੇਲੇ, ਜੋ ਕਿ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ, ਜੋ ਕਿੰਨਿਆਂ ਹੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਨਮ ਦਿੰਦੀ ਅਤੇ ਆਪਣੇ ਅਧੀਨ ਰੱਖਦੀ ਹੈ, ਜਿਸ ਨੂੰ ਉਂਗਲਾਂ 'ਤੇ ਦੁਨੀਆ ਚੱਲਦੀ ਹੈ, ਇਸ ਦੀ ਖੋਜ ਪੜਤਾਲ ਧਿਆਨ ਨਾਲ ਕਰਨੀ ਚਾਹੀਦੀ ਹੈ। ਇਹ ਸੰਸਥਾ ਜਿਸ ਹੱਦ ਤੱਕ ਰਾਜਨੀਤਿਕ ਮਿਸ਼ਨਰੀ ਨੂੰ ਬਣਾਉਣ ਲਈ ਅਤੇ ਇਸ ਦੇ ਨਾਲ ਹੀ ਜਨਤਾ ਦੀ ਭਾਵਨਾ ਨੂੰ ਇਸ ਨੇ ਜਿਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ, ਉਹ ਕਾਬਿਲੇ ਤਾਰੀਫ ਹੈ। 1743 ਈਸਵੀ ਵਿੱਚ ਐਮਸੈਲ ਮੂਸਾ ਬਾਉਰ ਨਾਂ ਦੇ ਇੱਕ ਸੁਨਿਆਰੇ ਨੇ ਫਰੈਂਕਫਰਟ, ਜਰਮਨੀ ਵਿੱਚ ਇੱਕ ਸਿੱਕਿਆਂ ਦੀ ਦੁਕਾਨ ਖੋਲ੍ਹੀ। ਉਸਨੇ ਆਪਣੀ ਦੁਕਾਨ ਦੇ ਦਰਵਾਜ਼ੇ ਦੇ ਉੱਤੇ ਇੱਕ ਸੰਕੇਤ ਲਟਕਾਇਆ ਜਿਸ ਵਿੱਚ ਇੱਕ ਰੋਮਨ ਐਲ ਲਾਲ ਢਾਲ 'ਤੇ ਦਿਖਾਈ ਗਈ ਸੀ। ਉਸ ਦੁਕਾਨ ਨੂੰ ਰੈੱਡ ਸੀਲਡ ਫਰਮ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਲਾਲ ਢਾਲ ਲਈ ਜਰਮਨ ਸ਼ਬਦ ਹੈ ਰੋਥਸਚਾਇਲਡ। ਐਮਸੇਲ ਬਾਉਰ ਦਾ ਇੱਕ ਪੁੱਤਰ ਸੀ, ਮੇਅਰ ਐਮਸੇਲ ਬਾਉਰ। ਮੇਅਰ ਨੇ ਮੁੱਢਲੇ ਸਾਲਾਂ ਵਿੱਚ ਹੀ ਇਹ ਦਿਖਾਇਆ ਕਿ ਉਹ ਤੇਜ਼ ਬੁੱਧੀ ਵਾਲਾ ਮੁੰਡਾ ਹੈ ਅਤੇ ਉਸ ਦੇ ਪਿਤਾ ਨੇ ਉਸ ਨੂੰ ਪੈਸਾ ਉਧਾਰ ਦੇਣ ਦੇ ਕਾਰੋਬਾਰ ਅਤੇ ਵਿੱਤ ਦੀ ਮੁੱਢਲੀ ਜਾਣਕਾਰੀ ਬਾਰੇ ਸਭ ਕੁਝ ਸਿਖਾਉਣ ਵਿੱਚ ਆਪਣਾ ਜ਼ਿਆਦਾਤਰ ਸਮਾਂ ਬਿਤਾਇਆ। 1755 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਕੁਝ ਸਾਲ ਬਾਅਦ ਮੇਅਰ ਹਨੋਵਰ ਵਿੱਚ ਇੱਕ ਬੈਂਕ ਅੰਦਰ ਕਲਰਕ ਦੀ ਨੌਕਰੀ ਉੱਤੇ ਲੱਗ ਗਿਆ, ਜੋ ਕਿ ਓਪਨ ਹੈਮਰੇਜ ਦੀ ਮੁਲਾਕਾਤ ਸੀ। ਓਪਨ ਹੈਮਰੇਜ ਦੇ ਕੋਲ ਕੰਮ ਕਰਨ ਵੇਲੇ ਉਸ ਦੀ ਜਾਣ ਪਛਾਣ ਜਰਨਲ ਵੌਨ ਐਸਟੋਰਫ ਨਾਲ ਹੋਈ, ਜਿਸ ਦੇ ਲਈ ਉਹ ਸਮਾਨ ਲਿਆਉਣ ਪਹੁੰਚਾਉਣ ਦਾ ਕੰਮ ਕਰਦਾ ਸੀ। ਮੇਅਰ ਦੀ ਯੋਗਤਾ ਜਲਦੀ ਹੀ ਪਹਿਚਾਣ ਲਈ ਗਈ ਅਤੇ ਫਰਮ ਦੇ ਅੰਦਰ ਉਸ ਦੀ ਤਰੱਕੀ ਤੇਜ਼ ਹੋ ਗਈ। ਉਸ ਨੂੰ ਜੂਨੀਅਰ ਭਾਈਵਾਲੀ ਦੇ ਦਿੱਤੀ ਗਈ। ਬਾਅਦ ਵਿੱਚ ਵੌਨ ਐਸਟੋਰਫ ਨੇ ਪ੍ਰਿੰਸ ਵਿਲੀਅਮ ਦੇ ਮਹਿਲ ਵਿੱਚ ਛੇਤੀ ਹੀ ਬਣਨ ਵਾਲੇ ਹਾਊਸ ਆਫ ਰੋਥਸਚਾਇਲਡ ਨੂੰ ਇੱਕ ਤਰ੍ਹਾਂ ਦਾ ਦਾਖਲਾ ਦਿਵਾ ਦਿੱਤਾ। ਮੇਅਰ ਆਪਣੀ ਕਾਮਯਾਬੀ ਕਰਕੇ ਫਰੈਂਕਫਰਟ ਵਾਪਸ ਆਇਆ ਅਤੇ ਆਪਣੇ ਬਾਪ ਦਾ ਕੰਮ ਮੁੜ ਤੋਂ ਖਰੀਦਿਆ।
ਜੋ ਉਸਨੇ 1743 ਵਿੱਚ ਖੜਾ ਕੀਤਾ ਸੀ। ਉਹ ਲਾਲ ਸ਼ੀਲਡ ਹਲੇ ਵੀ ਦਰਵਾਜ਼ੇ ਉੱਤੇ ਟੰਗੀ ਹੋਈ ਸੀ। ਲਾਲ ਢਾਲ ਦੀ ਅਸਲ ਮਹੱਤਤਾ ਨੂੰ ਪਛਾਣਦੇ ਹੋਏ ਉਸਦੇ ਪਿਤਾ ਨੇ ਇਸ ਨੂੰ ਲਾਲ ਝੰਡੇ ਤੋਂ ਆਪਣਾ ਪ੍ਰਤੀਕ ਵਜੋਂ ਅਪਣਾਇਆ ਸੀ, ਜੋ ਪੂਰਬੀ ਯੂਰਪ ਵਿੱਚ ਇਨਕਲਾਬੀ ਦਿਮਾਗ ਵਾਲੇ ਯਹੂਦੀਆਂ ਦਾ ਪ੍ਰਤੀਕ ਸੀ। ਮੇਅਰ ਐਮਸ਼ੇਲ ਬਾਉਰ ਨੇ ਆਪਣਾ ਨਾਂ ਬਦਲ ਕੇ ਰੋਥਸਚਾਇਲਡ ਲਾਲ ਢਾਲ ਰੱਖ ਲਿਆ। ਇੱਥੋਂ ਹੀ ਹਾਊਸ ਆਫ ਰੋਥਸਚਾਇਲਡ ਦੀ ਸ਼ੁਰੂਆਤ ਹੋਈ। ਓਪਨ ਹੈਮਰੇਜ ਨਾਲ ਆਪਣੇ ਤਜਰਬੇ ਰਾਹੀਂ ਮੇਅਰ ਰੋਥਸਚਾਇਲਡ ਨੇ ਸਿੱਖਿਆ ਕਿ ਸਰਕਾਰਾਂ ਅਤੇ ਰਾਜਿਆਂ ਨੂੰ ਧਨ ਉਧਾਰ ਦੇਣਾ ਨਿੱਜੀ ਵਿਅਕਤੀਆਂ ਨੂੰ ਕਰਜ਼ ਦੇਣ ਨਾਲੋਂ ਕਿਤੇ ਜ਼ਿਆਦਾ ਲਾਭਦਾਇਕ ਸੀ। ਨਾ ਸਿਰਫ ਕਰਜ਼ੇ ਵੱਡੇ ਸਨ, ਸਗੋਂ ਦੇਸ਼ ਦੇ ਸਰਕਾਰੀ ਟੈਕਸ ਨਾਲ ਸੁਰੱਖਿਅਤ ਰਹਿੰਦੇ ਸਨ। ਮੇਅਰ ਰੋਥਸਚਾਇਲਡ ਦੇ 5 ਮੁੰਡੇ ਸਨ: ਐਮਸ਼ੇਲ, ਸਾਲੋਮਨ, ਨਾਥਨ, ਕਾਰਲ ਤੇ ਜੈਕਬ। ਮੇਅਰ ਨੇ ਸਾਰੀ ਉਮਰ ਪੈਸੇ ਦੀ ਸਿਰਜਣਾ ਅਤੇ ਹੇਰਾਫੇਰੀ ਦੀਆਂ ਗੁਪਤ ਤਕਨੀਕਾਂ ਵਿੱਚ ਉਹਨਾਂ ਨੂੰ ਹਦਾਇਤਾਂ ਦੇਣ ਵਿੱਚ ਬਿਤਾ ਦਿੱਤੀ। ਜਦੋਂ ਉਹ ਸੂਝਵਾਨ ਹੋਏ, ਉਸ ਨੇ ਉਹਨਾਂ ਨੂੰ ਯੂਰਪ ਦੀ ਪ੍ਰਮੁੱਖ ਰਾਜਧਾਨੀਆਂ ਵਿੱਚ ਆਪਣੇ ਪਰਿਵਾਰਕ ਬੈਂਕਿੰਗ ਕਾਰੋਬਾਰ ਦੀਆਂ ਸ਼ਾਖਾਵਾਂ ਦੇ ਦਫ਼ਤਰ ਖੋਲ੍ਹਣ ਲਈ ਭੇਜਿਆ। ਐਮਸ਼ੇਲ ਫਰੈਂਕਫਰਟ ਵਿੱਚ ਹੀ ਰਿਹਾ। ਸਾਲੋਮਨ ਨੂੰ ਵਿਆਨਾ ਭੇਜ ਦਿੱਤਾ ਗਿਆ, ਨਾਥਨ ਨੂੰ ਲੰਡਨ, ਕਾਰਲ ਨੂੰ ਨੇਪਲਜ਼ ਅਤੇ ਜੈਕਬ ਨੂੰ ਪੈਰਿਸ ਭੇਜਿਆ ਗਿਆ। ਹਾਲਾਂਕਿ ਉਸ ਦੇ ਸਾਰੇ ਮੁੰਡੇ ਸ਼ਾਖਾ ਦੇ ਮੈਨੇਜਰ ਬਣ ਗਏ, ਪਰ ਨਾਥਨ ਨੇ ਬੈਂਕਿੰਗ ਕਾਰੋਬਾਰ ਲਈ ਬਿਹਤਰ ਸਬੰਧਾਂ ਦਾ ਪ੍ਰਦਰਸ਼ਨ ਕੀਤਾ। ਜਦੋਂ ਉਹ ਲੰਡਨ ਪਹੁੰਚਿਆ ਤਾਂ ਉੱਥੇ ਉਹ ਇੱਕ ਵਪਾਰੀ ਬੈਂਕਰ ਬਣ ਗਿਆ ਅਤੇ ਹਾਊਸ ਆਫ ਰੋਥਸਚਾਇਲਡ ਅਤੇ ਬੈਂਕ ਆਫ ਇੰਗਲੈਂਡ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਹਾਊਸ ਆਫ ਰੋਥਸਚਾਇਲਡ ਨੇ ਸਰਾਫਾ ਅਤੇ ਕੀਮਤੀ ਸਿੱਕੇ ਖਰੀਦਣੇ ਅਤੇ ਵੇਚਣੇ ਜਾਰੀ ਰੱਖੇ। ਆਪਣੇ ਕਾਰੋਬਾਰ ਸਹਾਰੇ ਉਹਨਾਂ ਨੇ ਯੂਰਪ ਅੰਦਰੋਂ ਜ਼ਿਆਦਾਤਰ ਕਾਰੋਬਾਰ ਖਰੀਦ ਲਏ ਜਾਂ ਖਤਮ ਕਰ ਦਿੱਤੇ ਸਨ। 1769 ਵਿੱਚ ਮੇਅਰ ਹੈਸੇ ਕਸੇਲ ਦੇ ਪ੍ਰਿੰਸ ਵਿਲੀਅਮ ਨੌਵੇਂ ਲਈ ਇੱਕ ਅਦਾਲਤੀ ਏਜੰਟ ਬਣ ਗਿਆ, ਜੋ ਇੰਗਲੈਂਡ ਦੇ ਜਾਰਜ ਦੂਜੇ ਦਾ ਪੋਤਾ ਸੀ, ਜਾਰਜ ਤੀਜੇ ਦਾ ਚਚੇਰਾ ਭਰਾ ਸੀ, ਡੈਨਮਾਰਕ ਦੇ ਰਾਜੇ ਦਾ ਭਤੀਜਾ ਅਤੇ ਸਵੀਡਨ ਦੇ ਰਾਜੇ ਦਾ ਸਾਲਾ ਸੀ। 1785 ਵਿੱਚ ਮੇਅਰ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ 5 ਮੰਜ਼ਲਾ ਰਿਹਾਇਸ਼ ਵਿੱਚ ਚਲਾ ਗਿਆ, ਜਿੱਥੇ ਸਿਰਫ ਪਰਿਵਾਰ ਹੀ ਰਹਿੰਦਾ ਸੀ। 1765 ਵਿੱਚ ਸਿਰਫ ਪਰਿਵਾਰ ਦਾ ਪੋਤਾ, ਜੋ ਹਾਲੇ ਜੰਮਿਆ ਨਹੀਂ ਸੀ, ਜੈਕਬ ਨਿਊਯਾਰਕ ਚਲਾ ਜਾਂਦਾ ਹੈ ਅਤੇ 1917 ਵਿੱਚ ਬਾਲਸ਼ਵਿਕ ਕ੍ਰਾਂਤੀ ਦੇ ਫੰਡਾਂ ਪਿੱਛੇ ਮਾਸਟਰਮਾਈਂਡ ਬਣਦਾ ਹੈ। ਇਹ ਕੰਮ ਸਾਮਵਾਦ ਨੂੰ ਇੱਕ ਵਿਸ਼ਵ ਅੰਦੋਲਨ ਵਜੋਂ ਪੇਸ਼ ਕਰ ਦਿੰਦਾ ਹੈ, ਜੋ ਕਿ ਇਲੂਮੀਨਾਤੀ ਅਤੇ ਇਹਨਾਂ ਦਾ ਸਾਂਝਾ ਏਜੰਡਾ ਸੀ। ਇੱਥੋਂ ਹੀ ਰੋਥਸਚਾਇਲਡ ਅਤੇ ਸਿਫਜ਼ ਬਾਕੀ ਯੂਰਪੀ ਵਿੱਤੀ ਇਤਿਹਾਸ ਵਿੱਚ ਅਤੇ ਬਾਅਦ ਵਿੱਚ ਸੰਯੁਕਤ ਰਾਜ ਅਤੇ ਸੰਸਾਰ ਦੀ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਮੇਅਰ ਜਲਦੀ ਹੀ ਸਮਝ ਗਿਆ ਕਿ ਜੋ ਤਾਕਤ ਉਸ ਨੂੰ ਯੂਰਪ ਦੀ ਆਰਥਿਕਤਾ ਅਤੇ ਰਾਜਿਆਂ ਦੀ ਦੌਲਤ ਨੂੰ ਸਾਂਭਣ ਲਈ ਚਾਹੀਦੀ ਹੈ, ਉਸ ਦਾ ਰਾਹ ਚਰਚ 'ਚੋਂ ਹੋ ਕੇ ਗੁਜ਼ਰਦਾ ਹੈ। ਇਸ ਕੰਮ ਨੂੰ ਪੂਰਾ ਕਰਨ ਲਈ ਉਸਨੇ ਰਿਹਾਇਸ਼ੀ ਸ਼ੈਤਾਨੀ ਆਦੇਸ਼ ਤਿਆਰ ਕਰਨ ਲਈ ਇੱਕ ਕੈਥੋਲਿਕ ਪਾਦਰੀ ਐਡਮ ਵਿਸ਼ਯਪਟ ਦੀ ਮਦਦ ਲਈ। ਐਡਮ ਵਿਸ਼ਯਪਟ ਦਾ ਜਨਮ 6 ਫਰਵਰੀ 1748 ਨੂੰ ਇੰਗੋਲਡਸਟੈਡ ਬਾਵੇਰੀਆ ਵਿਖੇ ਹੋਇਆ। ਵਿਸ਼ਯਪਟ, ਜੋ ਇੱਕ ਯਹੂਦੀ ਪੈਦਾ ਹੋਇਆ ਸੀ, ਨੂੰ ਯਸੂਟਸ ਨੇ ਸਿੱਖਿਆ ਦਿੱਤੀ ਸੀ, ਜਿਸ ਨੇ ਉਸ ਨੂੰ ਕੈਥੋਲਿਕ ਸਮੁਦਾਇ 'ਚ ਬਦਲ ਦਿੱਤਾ। ਸਮੇਂ ਦੇ ਨਾਲ ਉਸਦੇ ਮਨ ਅੰਦਰ ਯਸੂਟਸ ਲਈ ਨਫ਼ਰਤ ਪੈਦਾ ਹੋ ਗਈ। ਬੇਸ਼ੱਕ ਉਹ ਕੈਥੋਲਿਕ ਪਾਦਰੀ ਬਣ ਗਿਆ ਸੀ, ਪਰ ਯਸੂਟਸ ਕਰਕੇ ਉਸ ਦੇ ਵਿਸ਼ਵਾਸ 'ਤੇ ਡੂੰਘੀ ਸੱਟ ਵੱਜੀ ਸੀ ਅਤੇ ਉਹ ਨਾਸਤਿਕ ਬਣ ਗਿਆ ਸੀ। ਵਿਸ਼ਯਪਟ ਫਰਾਂਸੀਸੀ ਦਾਰਸ਼ਨਿਕ ਵਾਲਟੇਅਰ 1694-1778 ਦਾ ਇੱਕ ਕੱਟੜ ਵਿਦਿਆਰਥੀ ਸੀ। ਵਾਲਟੇਅਰ ਇੱਕ ਇਨਕਲਾਬੀ ਜੋ ਉਦਾਰਵਾਦੀ ਧਾਰਮਿਕ ਵਿਚਾਰਾਂ ਦਾ ਮਾਲਕ ਸੀ। ਉਸਨੇ ਕਿੰਗ ਫਰੈਡਰਿਕ ਦੂਜੇ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਸੀ, ਅੰਤ ਵਿੱਚ ਜੋ ਚਰਚ ਦੀ ਸੰਪੂਰਨ ਤਾਕਤ ਕਮਜ਼ੋਰ ਕਰ ਦਿੱਤੀ ਜਾਵੇ ਅਤੇ ਗੈਰ ਯਕੀਨੀ ਭਾਰੀ ਹੋਵੇ, ਤਾਂ ਅੰਤਿਮ ਧੱਕੇ ਨਾ ਖੁੱਲੇ ਨਿਰੰਤਰ ਅਤਿਆਚਾਰ ਦੀ ਤਲਵਾਰ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।
ਦਹਿਸ਼ਤ ਦਾ ਰਾਜ ਪੂਰੀ ਦੁਨੀਆ ਤੇ ਫੈਲਿਆ ਜਾਣਾ ਹੈ ਅਤੇ ਉਦੋਂ ਤੱਕ ਰਹੇ ਜਦੋਂ ਤੱਕ ਆਖਰੀ ਈਸਾਈ ਆਪਣੇ ਧਰਮ ਦਾ ਪੱਲਾ ਨਹੀਂ ਛੱਡਦਾ। ਇਹ ਮੰਨਿਆ ਜਾਂਦਾ ਹੈ ਕਿ ਵਾਲਟੇਅਰ ਦੀਆਂ ਲਿਖਤਾਂ ਦੇ ਨਤੀਜੇ ਵਜੋਂ ਵਿਸ਼ਿਆਪਟ ਨੇ ਚਰਚ ਦੀ ਤਬਾਹੀ ਦੇ ਵਿਚਾਰ ਘੜਨੇ ਸ਼ੁਰੂ ਕਰ ਦਿੱਤੇ। 1775 ਵਿੱਚ ਹਾਊਸ ਆਫ ਰੋਥਸਚਾਈਲਡ ਦੇ ਬੁਲਾਵੇ ਤੇ ਵਿਸ਼ਿਆਪਟ ਤੁਰੰਤ ਹਾਜ਼ਰ ਹੋਇਆ ਅਤੇ ਮੇਅਰ ਦੇ ਹੁਕਮ ਤੇ ਇਲੂਮੀਨਾਤੀ ਨੂੰ ਸੰਗਠਿਤ ਕਰਨ ਲੱਗਾ। ਹੁਕਮ ਦਾ ਪਹਿਲਾ ਅਧਿਆਇ ਉਸ ਦੇ ਜੱਦੀ ਸ਼ਹਿਰ ਇੰਗੋਲਡਸਟੈਡਟ ਤੋਂ ਸ਼ੁਰੂ ਹੋਇਆ। ਜਿਵੇਂ ਨਾਮ ਦੱਸਦਾ ਹੈ, ਉਹ ਲੋਕ ਜੋ ਇਲੂਮੀਨਾਤੀ ਦੇ ਮੈਂਬਰ ਹਨ ਉਹ ਲੂਸੀਫਰ ਦੀ ਰੋਸ਼ਨੀ ਰੱਖਦੇ ਹਨ। ਜਿੱਥੋਂ ਤੱਕ ਉਹਨਾਂ ਦਾ ਸਬੰਧ ਹੈ, ਮਨੁੱਖ ਜਾਤੀ ਦੇ ਉਹ ਲੋਕ ਜੋ ਲਾਈਟ ਆਫ ਲੂਸੀਫਰ ਦੇ ਅਧਿਕਾਰੀ ਹਨ, ਸਿਰਫ ਉਹੀ ਲੋਕ ਗਿਆਨਵਾਨ ਹੋਣਗੇ ਅਤੇ ਰਾਜ ਕਰਨ ਦੇ ਸਮਰੱਥ ਹਨ। ਰੱਬ ਦੀ ਨਿੰਦਾ ਕਰਦੇ ਹੋਏ ਵਿਸ਼ਿਆਪਟ ਅਤੇ ਉਸਦੇ ਚੇਲੇ ਆਪਣੇ ਆਪ ਨੂੰ ਗਿਆਨ ਦੇ ਮੋਢੀ ਸਮਝਦੇ ਹਨ ਅਤੇ ਇਹ ਵੀ ਸਮਝਦੇ ਹਨ ਕਿ ਕੇਵਲ ਉਹ ਲੋਕ ਹੀ ਹਨ ਜਿਨ੍ਹਾਂ ਕੋਲ ਸੰਸਾਰ ਉੱਪਰ ਸ਼ਾਸਨ ਕਰਨ ਤੇ ਸ਼ਾਂਤੀ ਲਿਆਉਣ ਲਈ ਜ਼ਰੂਰੀ ਮਾਨਸਿਕ ਸਮਰੱਥਾ, ਗਿਆਨ, ਸੂਝ ਅਤੇ ਸਮਝ ਹੈ। ਉਹਨਾਂ ਦਾ ਸੰਕਲਪ ਅਤੇ ਟੀਚਾ ਹੈ ਨੋਵਸ ਆਰਡੋ ਸੈਕਲੋਰੀਅਮ, ਇਹ ਨਿਊ ਵਰਲਡ ਆਰਡਰ, ਇੱਕ ਨਵੀਂ ਵਿਸ਼ਵ ਵਿਵਸਥਾ ਜਾਂ ਇੱਕ ਵਿਸ਼ਵ ਸਰਕਾਰ। ਇਲੂਮੀਨਾਤੀ ਦੀ ਮੈਂਬਰਸ਼ਿਪ ਦੇ ਜਾਲ ਦੁਆਰਾ ਮੈਂਬਰ ਰੋਥਸਚਾਈਲਡ ਦੇ ਕੰਮ ਦੁੱਗਣੇ ਹੋ ਗਏ ਅਤੇ ਉਸਦਾ ਬੈਂਕਿੰਗ ਸਾਮਰਾਜ ਪੂਰੇ ਯੂਰਪ ਵਿੱਚ ਮਜ਼ਬੂਤ ਹੋ ਗਿਆ। ਉਸਦੇ ਪੁੱਤਰਾਂ ਜੋ ਕਿ ਆਸਟਰਾਈ ਸਾਮਰਾਜ ਅੰਦਰ ਕੰਮ ਕਰਦੇ ਸਨ ਨੇ ਉਸ ਚੀਜ਼ ਦਾ ਨਿਰਮਾਣ ਕਰਨਾ ਵੀ ਜਾਰੀ ਰੱਖਿਆ ਜੋ ਉਹਨਾਂ ਦੇ ਪਿਤਾ ਨੇ ਸ਼ੁਰੂ ਕੀਤੀ ਸੀ ਅਤੇ ਆਪਣੇ ਵਿੱਤੀ ਪ੍ਰਭਾਵ ਦਾ ਵਿਸਥਾਰ ਵੀ ਕੀਤਾ। ਅਮਰੀਕੀ ਕ੍ਰਾਂਤੀ ਦੌਰਾਨ ਹਾਊਸ ਆਫ ਰੋਥਸਚਾਈਲਡ ਨੇ ਇੰਗਲੈਂਡ ਦੇ ਰਾਜ ਘਰਾਣੇ ਦੀ ਜਰਮਨੀ ਦੇ ਰਾਜਕੁਮਾਰ ਵਿਲੀਅਮ ਨਾਲ ਸੌਦਾ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਵਿਲੀਅਮ ਨੇ ਇੰਗਲੈਂਡ ਨੂੰ ਅਮਰੀਕਾ ਵਿੱਚ ਇਨਕਲਾਬ ਰੋਕਣ ਵਿੱਚ ਮਦਦ ਕਰਨ ਲਈ 16,800 ਹੈਸ਼ਿਆਈ ਸੈਨਿਕਾਂ ਨੂੰ ਮੁਹੱਈਆ ਕਰਵਾਇਆ ਸੀ। ਜਰਮਨ ਸੈਨਿਕਾਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਦੀ ਜ਼ਿੰਮੇਵਾਰੀ ਰੋਥਸਚਾਈਲਡ ਦੀ ਸੀ, ਜੋ ਫੰਡ ਦੇ ਰੂਪ ਵਿੱਚ ਅੰਗਰੇਜ਼ ਹਕੂਮਤ ਨੂੰ ਦੇਣੇ ਸਨ। ਪਰ ਜਰਮਨ ਸੈਨਿਕਾਂ ਨੂੰ ਰੋਥਸਚਾਈਲਡ ਵੱਲੋਂ ਕੁਝ ਨਹੀਂ ਮਿਲਿਆ। ਸੈਨਿਕਾਂ ਨੂੰ ਕਦੇ ਵੀ ਤਨਖਾਹ ਨਹੀਂ ਦਿੱਤੀ ਗਈ, ਜਿਸ ਕਾਰਨ ਸੰਭਾਵਿਕ ਤੌਰ ਤੇ ਉਹਨਾਂ ਦਾ ਪ੍ਰਦਰਸ਼ਨ ਮਾੜਾ ਰਿਹਾ। ਅਮਰੀਕੀਆਂ ਨੇ ਜਿੱਤ ਹਾਸਲ ਕੀਤੀ। ਇਸ ਸਮੇਂ ਰੋਥਸਚਾਈਲਡ ਨੇ ਅਮਰੀਕਾ ਤੇ ਆਪਣੀਆਂ ਨਜ਼ਰਾਂ ਟਿਕਾ ਲਈਆਂ। ਇਸ ਵਿਚਕਾਰ ਬੈਂਜਾਮਿਨ ਫਰੈਂਕਲਿਨ ਬੈਂਕ ਆਫ ਇੰਗਲੈਂਡ ਅਤੇ ਰਿਜ਼ਰਵ ਬੈਂਕ ਤੋਂ ਕਾਫੀ ਜਾਣੂ ਹੋ ਗਿਆ ਸੀ। ਉਹ ਦੇਸ਼ ਦੀ ਕਰੰਸੀ ਛਾਪਣ ਦਾ ਅਧਿਕਾਰ ਰੱਖਣ ਵਾਲੇ ਅਤੇ ਨਿੱਜੀ ਮਲਕੀਅਤ ਵਾਲੇ ਸੈਂਟਰਲ ਬੈਂਕ ਦੇ ਖਤਰਿਆਂ ਤੋਂ ਜਾਣੂ ਹੋਇਆ ਅਤੇ 1791 ਵਿੱਚ ਆਪਣੀ ਮੌਤ ਤੱਕ ਸੈਂਟਰਲ ਬੈਂਕ ਦੇ ਚਾਰਟਰ ਦਾ ਵਿਰੋਧ ਕਰਦਾ ਰਿਹਾ। ਉਸੇ ਸਾਲ ਅਲੈਗਜ਼ੈਂਡਰ ਹੈਮਿਲਟਨ ਨੇ ਕਾਨੂੰਨ ਨੂੰ ਅੱਗੇ ਵਧਾਇਆ, ਜਿਸ ਦੇ ਚਾਰਟਰ ਨਾਲ ਅਮਰੀਕਾ ਦੇ ਪਹਿਲੇ ਬੈਂਕ ਦੀ ਸਥਾਪਨਾ ਹੋਈ। ਵਿਡੰਬਣਾ ਇਹ ਸੀ ਕਿ ਬੈਂਕ ਆਫ ਇੰਗਲੈਂਡ ਨੇ ਕ੍ਰਾਂਤੀਕਾਰੀ ਜੰਗ ਦੇ ਜੰਗੀ ਕਰਜ਼ੇ ਨੂੰ ਵਿੱਤ ਦੇਣ ਲਈ ਚਾਰਟਰ ਕੀਤਾ ਸੀ। ਨਾਥਨ ਰੋਥਸਚਾਈਲਡ ਨੇ ਉਸ ਪਹਿਲੇ ਬੈਂਕ ਵਿੱਚ ਭਾਰੀ ਨਿਵੇਸ਼ ਕੀਤਾ ਅਤੇ ਅਮਰੀਕਾ ਦੇ ਬੈਂਕਾਂ ਵਿਚਕਾਰ ਸਾਰੀਆਂ ਵਿੱਤੀ ਗਤੀਵਿਧੀਆਂ ਨੂੰ ਕੰਟਰੋਲ ਕਰਨ ਦੀ ਤਿਆਰੀ ਕਰ ਲਈ। ਪਰ ਕੁਝ ਸਮੱਸਿਆਵਾਂ ਵੀ ਸਨ। ਅਮਰੀਕੀ ਸੰਵਿਧਾਨ ਨੇ ਦੇਸ਼ ਦੀ ਕਰੰਸੀ ਤੇ ਕੰਟਰੋਲ ਕਾਂਗਰਸ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਇਸ ਦੇ ਨਾਲ ਹੀ ਕਾਂਗਰਸ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਦੇ ਸਕਦੀ ਸੀ। ਨਾ ਸਿਰਫ ਇੰਨਾ, ਇਸ ਨੇ ਮੂਲ ਕਰੰਸੀ ਇਕਾਈ ਡਾਲਰ ਦੀ ਸਥਾਪਨਾ ਵੀ ਕੀਤੀ। ਇਹ ਸੰਵਿਧਾਨਿਕ ਮਾਨਤਾ ਬਣਾਈ ਗਈ ਕਿ ਡਾਲਰ ਦਾ ਸਿੱਕਾ ਚਾਂਦੀ ਦਾ ਹੋਵੇਗਾ ਤੇ ਇਹ ਸਪੇਨੀ ਸਤੰਭ ਡਾਲਰ ਤੇ ਆਧਾਰਿਤ ਹੋਵੇਗਾ, ਜਿਸ ਅੰਦਰ 20 ਗ੍ਰਾਮ ਚਾਂਦੀ ਹੋਵੇਗੀ। ਇਹ ਇਕਹਿਰੀ ਵਿਵਸਥਾ ਅਮਰੀਕੀ ਧਨ ਦੀ ਸਪਲਾਈ ਨੂੰ ਬੈਂਕਿੰਗ ਉਦਯੋਗ ਦੇ ਹੱਥਾਂ ਤੋਂ ਦੂਰ ਰੱਖਣ ਲਈ ਬਣਾਈ ਗਈ ਸੀ। ਬੈਂਕ ਆਫ ਇੰਗਲੈਂਡ ਨੇ ਅਮਰੀਕੀ ਡਾਲਰ ਦੇ ਕੰਟਰੋਲ ਨੂੰ ਤੋੜਨ ਲਈ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਹ ਅਸਫਲ ਰਹੇ। ਫਿਰ ਵੀ ਉਹ ਆਪਣੇ ਇਲੂਮੀਨਾਤੀ ਏਜੰਟਾਂ ਰਾਹੀਂ ਆਪਣੇ ਸਮਰਥਕਾਂ ਨੂੰ ਰਿਸ਼ਵਤ ਅਤੇ ਜ਼ੋਰ ਦੇ ਬਲਬੂਤੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਰਹੇ। ਕਿਸੇ ਅੰਸ਼ਕ ਰਿਜ਼ਰਵ ਬੈਂਕਿੰਗ ਪ੍ਰਣਾਲੀ ਦਾ ਕੋਈ ਵੀ ਸਮਰਥਕ ਆਧਾਰਿਤ ਸ਼ਿਕਾਰੀ ਹੁੰਦਾ ਹੈ। ਅਗਲੇ 20 ਸਾਲਾਂ ਤੱਕ
ਅਮਰੀਕਾ ਆਰਥਿਕ ਮੰਦਵਾੜੇ ਦਾ ਸ਼ਿਕਾਰ ਰਿਹਾ, ਜਿਸ ਦੇ ਲਈ ਬੈਂਕਰਾਂ ਦੀਆਂ ਨੀਤੀਆਂ ਜ਼ਿੰਮੇਵਾਰ ਸਨ, ਜੋ ਮਹਿੰਗਾਈ ਅਤੇ ਪੈਸੇ ਦੀ ਕਮੀ ਨੂੰ ਬਾਰ-ਬਾਰ ਪੈਦਾ ਕਰ ਰਹੀਆਂ ਸਨ। ਮਹਿੰਗਾਈ ਕਰਕੇ ਅਰਥ ਵਿਵਸਥਾ 'ਚ ਉਛਾਲ ਆਵੇਗਾ, ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਲੋਕ ਘਰ ਅਤੇ ਫਾਰਮ ਖਰੀਦਣ ਲਈ ਕਰਜ਼ਾ ਲੈਣਗੇ। ਠੀਕ ਇਸੇ ਸਮੇਂ ਬੈਂਕਰ ਕਰਜ਼ੇ ਦਾ ਵਿਆਜ ਦਰ ਵਧਾ ਦੇਣਗੇ ਅਤੇ ਮੰਦੀ ਨੂੰ ਭੜਕਾ ਦੇਣਗੇ, ਜਿਸ ਨਾਲ ਜ਼ਾਹਿਰ ਹੈ ਕਿ ਬੇਰੁਜ਼ਗਾਰੀ ਵਧੇਗੀ। ਲੋਕ ਆਪਣਾ ਗਹਿਣੇ ਰੱਖਿਆ ਸਮਾਨ ਵਾਪਸ ਨਹੀਂ ਲੈ ਸਕਣਗੇ ਅਤੇ ਉਹਨਾਂ ਦਾ ਘਰ ਅਤੇ ਫਾਰਮ ਬੈਂਕ ਦੁਆਰਾ ਬਹੁਤ ਹੀ ਨਿਗੂਣੀ ਕੀਮਤ 'ਤੇ ਦੱਬ ਲਏ ਜਾਣਗੇ। ਇਹ ਸਭ ਖੇਡ ਇਲੂਮੀਨਾਤੀ ਦਾ ਸੀ, ਜੋ ਸਮੇਂ-ਸਮੇਂ 'ਤੇ ਖੇਡਿਆ ਗਿਆ ਅਤੇ ਇਹ ਅੱਜ ਵੀ ਜਾਰੀ ਹੈ। 1810 ਈਸਵੀ ਤੱਕ ਨਾ ਸਿਰਫ ਦਾ ਹਾਊਸ ਆਫ ਰੋਥਸਚਾਇਲਡ ਦਾ ਬੈਂਕ ਆਫ ਯੂਨਾਈਟਿਡ ਸਟੇਟਸ ਦੇ ਵਿੱਚ ਅਹਿਮ ਹਿੱਸਾ ਮੌਜੂਦ ਸੀ, ਬਲਕਿ ਹੁਣ ਉਹ ਬੈਂਕ ਆਫ ਇੰਗਲੈਂਡ ਨੂੰ ਵੀ ਆਪਣੇ ਅਧੀਨ ਕਰਨ ਦੇ ਰਾਹ ਉੱਤੇ ਸਨ। ਹਾਲਾਂਕਿ ਵਿਦੇਸ਼ੀ ਮਾਲਕਾਂ ਨੂੰ ਕਾਨੂੰਨ ਅਨੁਸਾਰ ਬੈਂਕ ਆਫ ਯੂਨਾਈਟਿਡ ਸਟੇਟਸ ਦੇ ਰੋਜ਼ਮਰਰਾ ਦੇ ਕੰਮਵਾਰ ਵਿੱਚ ਦਖਲ ਅੰਦਾਜ਼ੀ ਕਰਨ ਦੀ ਆਗਿਆ ਨਹੀਂ ਸੀ। ਇਸ 'ਚ ਕੋਈ ਸ਼ੱਕ ਨਹੀਂ ਕਿ ਅਮਰੀਕੀ ਸ਼ੇਅਰ ਧਾਰਕ ਅਤੇ ਨਿਰਦੇਸ਼ਕ ਸਿੱਧੇ ਤੌਰ 'ਤੇ ਨਹੀਂ, ਪਰ ਕਿਤੇ ਨਾ ਕਿਤੇ ਉਹਨਾਂ ਦਾ ਸਬੰਧ ਇਲੂਮੀਨਾਤੀ ਅਤੇ ਕੇਂਦਰੀ ਬੈਂਕਾਂ ਦੇ ਉਦੇਸ਼ਾਂ ਨਾਲ ਜੁੜਿਆ ਹੋਇਆ ਸੀ। 1881 ਵਿੱਚ ਫਸਟ ਬੈਂਕ ਆਫ ਅਮਰੀਕਾ ਦੇ ਚਾਰਟਰ ਨੂੰ ਨਿਭਾਇਆ ਨਹੀਂ ਗਿਆ, ਜਿਸ ਦੇ ਨਤੀਜੇ ਵਜੋਂ ਹਾਊਸ ਆਫ ਰੋਥਸਚਾਇਲਡ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪਿਆ। ਇਸ ਕਰਕੇ ਨਾਥਨ ਰੋਥਸਚਾਇਲਡ ਅੰਦਰ ਇੰਨਾ ਗੁੱਸਾ ਭਰ ਗਿਆ ਕਿ ਉਸ ਨੇ 1812 ਦੀ ਜੰਗ ਦੀ ਸ਼ੁਰੂਆਤ ਕਰ ਦਿੱਤੀ। ਆਪਣੀ ਮਜ਼ਬੂਤ ਸ਼ਕਤੀ ਅਤੇ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਉਸ ਨੇ ਬ੍ਰਿਟਿਸ਼ ਸੰਸਦ ਨੂੰ ਬਸਤੀਆਂ ਉੱਤੇ ਮੁੜ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਲਈ ਮਜਬੂਰ ਕੀਤਾ। ਪਹਿਲੀ ਫੌਜੀ ਕੋਸ਼ਿਸ਼ ਅਸਫਲ ਰਹੀ। ਅਗਲੀ ਰਣਨੀਤੀ ਸੀ ਵੰਡੋ ਤੇ ਰਾਜ ਕਰੋ। ਕੋਈ ਵੀ ਗੰਭੀਰ ਇਤਿਹਾਸਕਾਰ ਇਹ ਸਮਝ ਸਕਦਾ ਹੈ ਕਿ ਅਮਰੀਕਾ ਵਿੱਚ ਘਰੇਲੂ ਜੰਗ ਦੀ ਅੱਗ ਨੂੰ ਰੋਥਸਚਾਇਲਡ ਦੇ ਇਲੂਮੀਨਾਤੀ ਏਜੰਟਾਂ ਨੇ ਭੜਕਾਇਆ ਸੀ। ਮੇਅਰ ਐਮਸ਼ੇਲ ਰੋਥਸਚਾਇਲਡ ਦੀ ਸਤੰਬਰ 19, 1812 ਨੂੰ ਮੌਤ ਹੋ ਜਾਂਦੀ ਹੈ। ਉਸ ਦੀ ਇੱਛਾ ਅਨੁਸਾਰ ਵਸੀਅਤ ਅੰਦਰ ਕੁਝ ਖਾਸ ਦਿਸ਼ਾ ਨਿਰਦੇਸ਼ ਸਨ, ਜਿਨ੍ਹਾਂ ਨੂੰ ਉਸ ਦੀ ਅਗਲੀ ਪੀੜ੍ਹੀ ਨੇ ਸੰਭਾਲਣਾ ਸੀ ਅਤੇ ਇਹ ਇਸ ਪ੍ਰਕਾਰ ਸਨ। ਪਹਿਲਾ, ਸਾਰੇ ਮਹੱਤਵਪੂਰਨ ਅਹੁਦਿਆਂ ਨੂੰ ਕੇਵਲ ਪਰਿਵਾਰਕ ਮੈਂਬਰ ਹੀ ਸਾਂਭਣਗੇ ਅਤੇ ਕੇਵਲ ਪੁਰਸ਼ ਮੈਂਬਰਾਂ ਹੀ ਇਸ ਕਾਰੋਬਾਰ ਦੀ ਦੇਖਰੇਖ ਕਰਨਗੇ। ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਪਰਿਵਾਰ ਦਾ ਮੁਖੀ ਹੋਵੇਗਾ, ਜਦੋਂ ਤੱਕ ਕਿ ਬਾਕੀ ਪਰਿਵਾਰ ਦੀ ਸਹਿਮਤੀ ਨਾ ਹੋਵੇ, ਜਿਵੇਂ ਕਿ 1812 ਵਿੱਚ ਹੋਇਆ ਸੀ ਜਦੋਂ ਨਾਥਨ ਨੂੰ ਮੁਖੀ ਨਿਯੁਕਤ ਕੀਤਾ ਗਿਆ ਸੀ। ਦੂਜਾ, ਪਰਿਵਾਰ ਦਾ ਕੋਈ ਵੀ ਜੀਅ ਪਰਿਵਾਰ ਤੋਂ ਬਾਹਰ ਵਿਆਹ ਨਹੀਂ ਕਰਵਾਏਗਾ। ਉਸ ਦਾ ਰਿਸ਼ਤਾ ਉਸ ਦੇ ਤਾਏ, ਚਾਚੇ, ਮਾਮੇ ਦੇ ਪਹਿਲੇ ਅਤੇ ਦੂਜੇ ਜਵਾਕ ਨਾਲ ਹੋਵੇਗਾ, ਤਾਂ ਜੋ ਇਸ ਤਰ੍ਹਾਂ ਪਰਿਵਾਰਿਕ ਖਜ਼ਾਨਾ ਪਰਿਵਾਰ ਵਿੱਚ ਹੀ ਰੱਖਿਆ ਜਾ ਸਕੇ ਅਤੇ ਇੰਜ ਇੱਕ ਸਾਂਝੇ ਵਿੱਤੀ ਸਾਮਰਾਜ ਦੀ ਦਿੱਖ ਬਣਾਈ ਜਾ ਸਕੇ। ਉਦਾਹਰਨ ਲਈ, ਉਸ ਦੇ ਮੁੰਡੇ ਜੇਮਸ ਜੈਕਬ ਮੇਅਰ ਦਾ ਵਿਆਹ ਉਸ ਦੇ ਇੱਕ ਹੋਰ ਮੁੰਡੇ ਸਾਲੋਮਨ ਮੇਅਰ ਦੀ ਧੀ ਨਾਲ ਹੋਇਆ। ਇਹ ਨਿਯਮ ਬਾਅਦ ਦੀਆਂ ਪੀੜ੍ਹੀਆਂ ਵਿੱਚ ਘੱਟ ਮਹੱਤਵਪੂਰਨ ਹੋ ਗਿਆ, ਕਿਉਂਕਿ ਉਹਨਾਂ ਨੇ ਪਰਿਵਾਰਕ ਟੀਚਿਆਂ ਨੂੰ ਮੁੜ ਕੇਂਦਰਿਤ ਕੀਤਾ ਅਤੇ ਹੋਰ ਘਰਾਣਿਆਂ ਵਿੱਚ ਵੀ ਵਿਆਹ ਕਰਵਾਏ। ਤੀਜਾ, ਰੋਥਸਚਾਇਲਡ ਨੇ ਹੁਕਮ ਦਿੱਤਾ ਕਿ ਅਦਾਲਤਾਂ ਦੁਆਰਾ ਜਾਂ ਕਿਸੇ ਹੋਰ ਤਰ੍ਹਾਂ ਨਾਲ ਮੇਰੀ ਜਾਗੀਰ ਦੀ ਕੋਈ ਜਨਤਕ ਸੂਚੀ ਨਾ ਬਣਾਈ ਜਾਵੇ। ਨਾਲ ਹੀ ਮੈਂ ਕਿਸੇ ਵੀ ਕਾਨੂੰਨੀ ਕਾਰਵਾਈ ਅਤੇ ਮੇਰੀ ਵਾਰਸਤ ਦੇ ਮੁੱਲ ਕਿਸੇ ਵੀ ਪ੍ਰਕਾਸ਼ਿਤ ਦੀ ਮਨਾਹੀ ਕਰਦਾ ਹਾਂ। ਨਾਥਨ ਮੇਅਰ ਰੋਥਸਚਾਇਲਡ ਜਿਸ ਨੇ 1820 ਤੱਕ ਬੈਂਕ ਆਫ ਇੰਗਲੈਂਡ ਤੇ ਮਜ਼ਬੂਤ ਪਕੜ ਬਣਾ ਲਈ ਸੀ, ਨੇ ਬਿਆਨ ਦਿੱਤਾ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਇੰਗਲੈਂਡ ਦੇ ਤਖਤ ਉੱਤੇ ਕਿਹੜੀ ਕਠਪੁਤਲੀ ਬੈਠੀ ਹੈ ਅਤੇ ਉਸ ਸਾਮਰਾਜ ਤੇ ਰਾਜ ਕਰਦੀ ਹੈ ਜਿੱਥੇ ਕਦੇ ਸੂਰਜ ਨਹੀਂ ਛਿਪਦਾ। ਉਹ ਵਿਅਕਤੀ ਜੋ ਬ੍ਰਿਟੇਨ ਦੀ ਧਨ ਸਪਲਾਈ ਚੇਨ ਨੂੰ ਕੰਟਰੋਲ ਕਰਦਾ ਹੈ, ਉਹ ਬਰਤਾਨਵੀ ਸਾਮਰਾਜ ਨੂੰ ਕੰਟਰੋਲ ਕਰਦਾ ਹੈ ਅਤੇ ਮੈਂ ਬਰਤਾਨਵੀ ਧਨ ਦੀ ਸਪਲਾਈ ਨੂੰ ਕੰਟਰੋਲ ਕਰਦਾ ਹਾਂ। ਅਮਰੀਕਾ ਦੇ ਦੂਜੇ ਬੈਂਕ ਨੂੰ ਵੀ ਬੈਂਕ ਆਫ ਇੰਗਲੈਂਡ ਨੇ ਅਮਰੀਕੀ ਜੰਗ ਕਰਜ਼ੇ ਨੂੰ ਚੁੱਕਣ ਲਈ ਚਾਰਟਰ ਅਧਿਕਾਰ ਪੱਤਰ ਦਿੱਤਾ ਸੀ। ਜਦੋਂ 1836 ਵਿੱਚ ਇਸ ਚਾਰਟਰ ਦੀ ਮਿਆਦ ਖਤਮ ਹੋ ਗਈ, ਰਾਸ਼ਟਰਪਤੀ ਐਂਡਰਿਊ ਜੈਕਸਨ ਨੇ ਇਸ ਨੂੰ
ਨਵਿਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕੇਂਦਰੀ ਬੈਂਕਾਂ ਨੇ ਬੈਂਕਰਾਂ ਦੇ ਹੱਥਾਂ ਵਿੱਚ ਬਹੁਤ ਜ਼ਿਆਦਾ ਤਾਕਤ ਇਕੱਠੀ ਕਰ ਦਿੱਤੀ ਹੈ। 1838 ਵਿੱਚ ਨਾਥਨ ਨੇ ਇਹ ਬਿਆਨ ਦਿੱਤਾ, ਮੈਨੂੰ ਕਿਸੇ ਰਾਸ਼ਟਰ ਦਾ ਪੈਸਾ ਛਾਪਣ ਅਤੇ ਕੰਟਰੋਲ ਕਰਨ ਦਾ ਅਧਿਕਾਰ ਦੇਵੋ ਅਤੇ ਮੈਂ ਪਰਵਾਹ ਨਹੀਂ ਕਰਾਂਗਾ ਕਿ ਕਾਨੂੰਨ ਕੌਣ ਬਣਾ ਰਿਹਾ ਹੈ। 19ਵੀਂ ਸਦੀ ਦੀ ਪਹਿਲੀ ਤਿਮਾਹੀ ਦੌਰਾਨ ਰੋਥਸਚਾਇਲਡ ਨੇ ਸਾਰੇ ਯੂਰਪ ਵਿੱਚ ਆਪਣੇ ਵਿੱਤੀ ਸਾਮਰਾਜ ਦਾ ਵਿਸਥਾਰ ਕੀਤਾ। ਉਹਨਾਂ ਨੇ ਪੂਰੇ ਮਹਾਦੀਪ ਉੱਤੇ ਰੇਲ ਪਟੜੀਆਂ ਦਾ ਜਾਲ ਵਿਛਾ ਦਿੱਤਾ, ਜਿਸ ਕਰਕੇ ਇਹਨਾਂ ਦੁਆਰਾ ਖਰੀਦੀਆਂ ਨਵੀਆਂ ਕੋਲਖਾਨਾਂ ਅਤੇ ਲੋਹੇ ਦੇ ਕਾਰਖਾਨੇ ਤੋਂ ਕੋਲੇ ਤੇ ਸਟੀਲ ਦੀ ਆਵਾਜਾਈ ਆਸਾਨ ਹੋ ਗਈ। ਅੰਗਰੇਜ਼ ਸਰਕਾਰ ਨੂੰ ਦਿੱਤੇ ਕਰਜ਼ੇ ਨਾਲ ਉਹਨਾਂ ਨੇ ਸੁਏਜ਼ ਨਹਿਰ ਅਤੇ ਸ਼ੁਰੂਆਤੀ ਅਧਿਕਾਰ ਕਰ ਲਿਆ। ਉਹਨਾਂ ਨੇ ਜ਼ਾਰ ਦੇ ਰੂਸ ਵਿੱਚ ਰੋਮਾਨੋਵ ਸਲਤਨਤ ਨੂੰ ਵੀ ਵਿੱਤ ਪੋਸ਼ਣ ਦਿੱਤਾ। ਉਹਨਾਂ ਨੇ ਸੇਸਿਲ ਰੋਡਿਸ ਨੂੰ ਫੰਡ ਦਿੱਤੇ, ਜਿਸ ਨਾਲ ਉਹਨਾਂ ਦੀ ਦੱਖਣੀ ਅਫਰੀਕਾ ਨੂੰ ਬਾਹਰ ਕੱਢਣ ਅਤੇ ਲੁੱਟਣ ਦਾ ਮੌਕਾ ਮਿਲਿਆ, ਅਤੇ ਫਰਾਂਸ ਨੂੰ ਫੰਡ ਦੇ ਕੇ ਉਹੀ ਕੰਮ ਉੱਤਰੀ ਅਫਰੀਕਾ ਨਾਲ ਕੀਤਾ ਗਿਆ। ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ, ਆਧੁਨਿਕ ਸਮਿਆਂ ਵਿੱਚ ਲੜੀ ਗਈ ਹਰੇਕ ਜੰਗ ਵਿੱਚ ਦੋਵੇਂ ਪਾਸੇ ਕਾਲੇ ਪੱਖ ਰਹੇ ਹਨ। ਅਮਰੀਕੀ ਅਤੇ ਅੰਗਰੇਜ਼ੀ ਖੂਫੀਆ ਏਜੰਸੀਆਂ ਕੋਲ ਪੁਖਤਾ ਸਬੂਤ ਹਨ ਕਿ ਹਾਊਸ ਆਫ ਰੋਥਸਚਾਇਲਡ ਨੇ ਅਮਰੀਕੀ ਕ੍ਰਾਂਤੀ ਦੇ ਸਮੇਂ ਤੋਂ ਹੀ ਹਰੇਕ ਜੰਗ ਦੇ ਦੋਵਾਂ ਪਾਸੇ ਪੈਸੇ ਲਗਾਏ ਸਨ। ਨਿਵੇਸ਼ਕ ਹੇਮ ਸਾਲਮਨ, ਜੋ ਕਿ ਇੱਕ ਇਲੂਮੀਨਾਤੀ ਏਜੰਟ ਸੀ, ਨੇ ਅਮਰੀਕੀ ਕ੍ਰਾਂਤੀ ਵੇਲੇ ਦੇਸ਼ ਭਗਤਾਂ ਦੀ ਸਹਾਇਤਾ ਕੀਤੀ। ਬਾਅਦ ਵਿੱਚ ਜੇਮਜ਼ ਮੈਡੀਸਨ, ਥਾਮਸ ਜੈਫਰਸਨ ਅਤੇ ਜੇਮਸ ਮੁਨਰੋ ਨੂੰ ਕਰਜ਼ਾ ਦਿੱਤਾ। ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ, ਇਸ ਪਰਿਵਾਰ ਦੀ ਇੱਕ ਸ਼ਾਖਾ ਨੇ ਨੈਪੋਲੀਅਨ ਦੀ ਜੰਗ ਵੇਲੇ ਨੈਪੋਲੀਅਨ ਨੂੰ ਫੰਡ ਸਹਾਇਤਾ ਦਿੱਤੀ, ਜਦਕਿ ਦੂਜੀ ਸ਼ਾਖਾ ਨੇ ਗ੍ਰੇਟ ਬ੍ਰਿਟੇਨ, ਜਰਮਨੀ ਅਤੇ ਹੋਰ ਦੇਸ਼ਾਂ ਨੂੰ ਫੰਡ ਦਿੱਤਾ। ਅਮਰੀਕਾ ਵਿੱਚ ਸਭ ਤੋਂ ਪ੍ਰਮੁੱਖ ਇਲੂਮੀਨਾਤੀ ਆਦੇਸ਼ਾਂ ਵਿੱਚ ਇੱਕ ਸੀ ਆਰਡਰ ਆਫ ਸਕਲ ਐਂਡ ਬੋਨਸ। ਇਲੂਮੀਨਾਤੀ ਏਜੰਟ ਵਿਲੀਅਮ ਹੰਟਿੰਗਟਨ ਰਸਲ ਅਤੇ ਅਲਫੋਂਸੋ ਟਾਫਟ ਨੇ 1833 ਵਿੱਚ ਥੇਲ ਯੂਨੀਵਰਸਿਟੀ ਵਿੱਚ ਚੈਪਟਰ 322 ਦੀ ਸਥਾਪਨਾ ਕੀਤੀ। ਫਿਰ 1856 ਵਿੱਚ ਇਸ ਆਰਡਰ ਨੂੰ ਰਸਲ ਟਰਸਟ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ। ਵਿਲੀਅਮ ਰਸਲ 1846 ਵਿੱਚ ਕਨੈਕਟੀਕਟ ਰਾਜ ਵਿਧਾਨ ਸਭਾ ਦਾ ਮੈਂਬਰ ਅਤੇ 1862 ਵਿੱਚ ਕਨੈਕਟੀਕਟ ਨੈਸ਼ਨਲ ਗਾਰਡ ਵਿੱਚ ਜਨਰਲ ਬਣਿਆ। ਐਲਫੋਸੋ ਟਾਫਟ 1876 ਵਿੱਚ ਗ੍ਰਾਂਟ ਪ੍ਰਸ਼ਾਸਨ ਵਿੱਚ ਸੈਕਟਰੀ ਆਫ ਵਾਰ ਬਣਿਆ। 1876 ਵਿੱਚ ਵੀ ਇਹ ਅਮਰੀਕੀ ਅਟਾਰਨੀ ਜਨਰਲ ਅਤੇ 1884 ਵਿੱਚ ਰੂਸ ਵਿੱਚ ਅਮਰੀਕੀ ਰਾਜਦੂਤ ਬਣਿਆ। ਬਾਅਦ ਵਿੱਚ ਐਲਫੋਸੋ ਟਾਫਟ ਦਾ ਪੁੱਤਰ ਚੀਫ ਜਸਟਿਸ ਅਤੇ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਘਰੇਲੂ ਜੰਗ ਤੋਂ ਪਹਿਲਾਂ ਦੇ ਸਾਲਾਂ ਵਿੱਚ ਕਈ ਸਕਲ ਆਫ ਬੋਨਸ ਮੁਖੀ ਕਈ ਦੱਖਣੀ ਸੂਬਿਆਂ ਦੀਆਂ ਵੱਖਵਾਦੀ ਲਹਿਰਾਂ ਦੇ ਲੀਡਰ ਬਣੇ। ਇਹ ਵੀ ਸਮਝਿਆ ਜਾਂਦਾ ਹੈ ਕਿ ਇਹਨਾਂ ਦਾਅਵਾਂ ਨੇ ਪਹਿਲਾਂ ਤੋਂ ਹੀ ਬਣੀ ਕਠੋਰ ਸਥਿਤੀ ਨੂੰ ਹੋਰ ਵਧਾ ਦਿੱਤਾ ਅਤੇ ਘਰੇਲੂ ਜੰਗ ਨੂੰ ਵਧਾਉਣ ਦਾ ਕੰਮ ਕੀਤਾ। ਰੋਥਸਚਾਇਲਡ ਬੈਂਕਾਂ ਨੇ ਜੰਗ ਦੌਰਾਨ ਉੱਤਰੀ ਅਤੇ ਦੱਖਣੀ ਅਮਰੀਕੀ ਦੋਨਾਂ ਨੂੰ ਵਿੱਤ ਸਹਾਇਤਾ ਪ੍ਰਦਾਨ ਕੀਤੀ। ਘਰੇਲੂ ਜੰਗ ਤੋਂ ਬਾਅਦ ਅਮਰੀਕਾ ਨੂੰ ਅਧੀਨ ਰੱਖਣ ਲਈ ਵਧੇਰੇ ਚਾਲਕ ਢੰਗ ਦੀ ਵਰਤੋਂ ਕੀਤੀ ਗਈ। ਰੋਥਸਚਾਇਲਡ ਨੇ ਅਗਸਤ ਬੇਲਮੋਂਟ, ਖੁਨਲੋਏਬ ਅਤੇ ਮਾਰਗਨ ਬੈਂਕਾਂ ਨੂੰ ਵਿੱਤੀ ਸਹਾਇਤਾ ਕੀਤੀ। ਫਿਰ ਉਹਨਾਂ ਨੇ ਹੈਰਮੇਨਜ਼, ਰੇਲਡੋਰਜ਼, ਕਾਰਨੇਗੀ ਸਟੀਲ ਅਤੇ ਹੋਰ ਉਦਯੋਗਿਕ ਟਾਈਟਨਜ਼ ਨੂੰ ਵਿੱਤੀ ਸਹਾਇਤਾ ਦਿੱਤੀ। ਫਿਰ ਪਾਲ ਵਾਰਬਰਗ, ਜੈਕਬ ਸਿਫ, ਬਰਨਾਰਡ ਬਾਰੂਚ ਵਰਗੇ ਏਜੰਟਾਂ ਨੂੰ ਅਮਰੀਕਾ ਭੇਜਿਆ ਗਿਆ ਤਾਂ ਜੋ ਇਹ ਸਾਰੇ ਕੰਮ ਦੇ ਅਗਲੇ ਪੜਾਅ ਨੂੰ ਲਾਗੂ ਕੀਤਾ ਜਾ ਸਕੇ। 19ਵੀਂ ਸਦੀ ਦੇ ਅੰਤ ਤੱਕ ਰੋਥਸਚਾਇਲਡ ਦਾ ਦਬਦਬਾ ਇੰਗਲੈਂਡ, ਅਮਰੀਕਾ, ਜਰਮਨੀ, ਫਰਾਂਸ, ਆਸਟਰੀਆ ਅਤੇ ਇਟਲੀ ਤੱਕ ਕਾਇਮ ਸੀ। ਕੇਵਲ ਰੂਸ ਹੀ ਵਿਸ਼ਵ ਦਬਦਬੇ ਦੇ ਵਿੱਤੀ ਖੇਤਰ ਤੋਂ ਬਾਹਰ ਰਹਿ ਗਿਆ ਸੀ। ਇੰਗਲੈਂਡ ਆਪਣੇ ਬੈਂਕ ਆਫ ਇੰਗਲੈਂਡ ਦੇ ਸਹਾਰੇ ਪੂਰੀ ਦੁਨੀਆ 'ਤੇ ਰਾਜ ਕਰ ਰਿਹਾ ਸੀ। ਨਿਊਯਾਰਕ ਵਿੱਚ ਖੂਨ ਲੋਏ ਬੈਂਕ ਦੇ ਪ੍ਰਧਾਨ ਜੈਕਬ ਸਿਫ ਨੂੰ ਨਾਈ ਬੀ ਰਿਥ, ਇੱਕ ਗੁਪਤ ਯਹੂਦੀ ਮੈਸੋਨਿਕ ਆਰਡਰ, ਨੇ ਰੂਸ ਵਿੱਚ ਇਨਕਲਾਬੀ ਨੇਤਾ ਨਿਯੁਕਤ ਕੀਤਾ ਸੀ। ਇੱਕ ਸੰਘ ਬਣਾਇਆ ਗਿਆ ਸੀ ਜਿਸ ਵਿੱਚ ਮੌਜੂਦ
ਕਾਰਨੇਗੀਜ਼, ਮੋਰਗਨਜ਼, ਰੌਕਫੈਲਰਜ਼ ਅਤੇ ਚੇਜ਼ ਨੇ ਸਾਮਵਾਦ ਦੇ ਪ੍ਰਗਟਾਵੇ ਵਿੱਚ ਯੋਗਦਾਨ ਪਾਇਆ। 13 ਜਨਵਰੀ 1917 ਨੂੰ ਲਿਓਨ ਟਰਾਟਸਕੀ ਅਮਰੀਕਾ ਆਇਆ, ਜਿੱਥੇ ਉਸ ਨੂੰ ਅਮਰੀਕੀ ਪਾਸਪੋਰਟ ਦਿੱਤਾ ਗਿਆ। ਟਰਾਟਸਕੀ ਨੂੰ ਅਕਸਰ ਜੈਕਬ ਸਿਫ ਦੇ ਘਰ ਦਾਖਲ ਹੁੰਦੇ ਦੇਖਿਆ ਗਿਆ। ਜੈਕਬ ਸਿਫ ਅਤੇ ਉਸ ਦੇ ਸਮਰਥਕਾਂ ਨੂੰ ਟਰਾਟਸਕੀ ਦੇ ਬਾਗੀ ਦਸਤੇ ਦੀ ਸਿਖਲਾਈ ਲਈ ਵਿੱਤੀ ਸਹਾਇਤਾ ਦਿੱਤੀ ਅਤੇ ਇਸ ਦਸਤੇ ਨੂੰ ਨਿਊਯਾਰਕ ਦੇ ਪੂਰਬੀ ਭਾਗ ਦੇ ਯਹੂਦੀ ਸ਼ਾਮਿਲ ਸਨ ਅਤੇ ਇਹ ਟ੍ਰੇਨਿੰਗ ਨਿਊ ਜਰਸੀ ਵਿੱਚ ਰੌਕਫੇਲਰ ਦੀ ਸਟੈਂਡਰਡ ਆਇਲ ਕੰਪਨੀ ਦੀ ਜ਼ਮੀਨ 'ਤੇ ਹੋਈ ਸੀ। ਗੁਰੀਲਾ ਯੁੱਧ ਤੇ ਦਹਿਸ਼ਤ ਦੀ ਤਕਨੀਕ ਵਿੱਚ ਨਿਪੁੰਨ ਹੋਣ 'ਤੇ ਟਰਾਟਸਕੀ ਦਾ ਦਸਤਾ ਰਵਾਨਾ ਹੋਇਆ। 2 ਕਰੋੜ ਅਮਰੀਕੀ ਡਾਲਰ ਨਾਲ ਜੋ ਜੈਕਬ ਸਿਫ ਵੱਲੋਂ ਦਿੱਤੇ ਗਏ ਅਤੇ ਉਹ ਰੂਸ ਬਾਲਸ਼ਵਿਕ ਕ੍ਰਾਂਤੀ ਨੂੰ ਮਘਾਉਣ ਲਈ ਨਿਕਲ ਗਏ। ਬਾਲਸ਼ਵਿਕ ਕ੍ਰਾਂਤੀ ਅਤੇ ਪੂਰੇ ਰੂਸੀ ਸ਼ਾਹੀ ਘਰਾਣੇ ਨੂੰ ਪੂਰੀ ਤਰ੍ਹਾਂ ਕਤਲ ਕਰਨ ਤੋਂ ਬਾਅਦ ਨਿਊ ਜਰਸੀ ਦੀ ਸਟੈਂਡਰਡ ਆਇਲ ਕੰਪਨੀ ਨੇ ਕਾਕਸਸ ਦੇ ਵਿਸ਼ਾਲ ਤੇਲ ਭੰਡਾਰ ਦਾ 50% ਹਿੱਸਾ ਲਿਆ। ਬੇਸ਼ੱਕ ਇਸ ਜਾਇਦਾਦ ਦਾ ਸਿਧਾਂਤਕ ਤੌਰ 'ਤੇ ਕੌਮੀਕਰਨ ਕੀਤਾ ਗਿਆ ਸੀ। 1927 ਵਿੱਚ ਸਟੈਂਡਰਡ ਆਇਲ ਆਫ ਨਿਊਯਾਰਕ ਨੇ ਰੂਸ ਵਿੱਚ ਇੱਕ ਰਿਫਾਈਨਰੀ ਬਣਾਈ। ਫਿਰ ਸਟੈਂਡਰਡ ਆਇਲ ਨੇ ਯੂਰਪ ਵਿੱਚ ਸੋਵੀਅਤ ਤੇਲ ਦੇ ਮੰਡੀਕਰਨ ਲਈ ਇੱਕ ਸੌਦਾ ਕੀਤਾ ਅਤੇ ਬਲੋਸ਼ਵਿਕਾਂ ਨੂੰ 75 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ। ਜੈਕਬ ਸਿਫ ਅਤੇ ਪੋਲ ਵਾਰਬਰਗ ਨੇ ਕੋਹਨ ਲੋਏਬ ਬੈਂਕ ਤਹਿਤ ਅਮਰੀਕਾ ਵਿੱਚ ਇੱਕ ਕੇਂਦਰੀ ਬੈਂਕ ਲਈ ਮੁਹਿੰਮ ਸ਼ੁਰੂ ਕੀਤੀ। ਫਿਰ ਉਹਨਾਂ ਨੇ 1907 ਦੀ ਆਰਥਿਕ ਦਹਿਸ਼ਤ ਵਿੱਚ ਹੇਰਾਫੇਰੀ ਕਰਨ ਲਈ ਰੋਥਸਚਾਇਲਡ ਦੀ ਮਦਦ ਕੀਤੀ। ਫਿਰ 1907 ਦੀ ਦਹਿਸ਼ਤ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰੀ ਬੈਂਕ ਹੋਣ ਦੀ ਦਲੀਲ ਵਜੋਂ ਵਰਤਿਆ ਗਿਆ। ਪਾਲ ਵਾਰਬਰਗ ਨੇ ਬੈਂਕਿੰਗ ਅਤੇ ਕਰੰਸੀ ਕਮੇਟੀ ਨੂੰ ਕਿਹਾ, ਆਓ ਇੱਕ ਨੈਸ਼ਨਲ ਕਲੀਅਰਿੰਗ ਹਾਊਸ ਦੀ ਸਥਾਪਨਾ ਕਰੀਏ। ਫੈਡਰਲ ਰਿਜ਼ਰਵ ਐਕਟ ਲੰਡਨ ਦੇ ਬੈਰਨ ਐਲਫਰੈਡ ਰੋਥਸਚਾਇਲਡ ਦੇ ਦਿਮਾਗ ਦੀ ਕਾਢ ਸੀ। ਇਸ ਐਕਟ ਦੇ ਆਖਰੀ ਸੰਸਕਰਨ ਦਾ ਫੈਸਲਾ JP ਮੋਰਗਨ ਦੀ ਮਲਕੀਅਤ ਵਾਲੇ ਜੇਕਿਲ ਆਈਲੈਂਡ, ਜਾਰਜੀਆ ਵਿਖੇ ਇੱਕ ਗੁਪਤ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੇ ਲੋਕ ਸਨ ਇਹ ਪਾਈਟ ਐਂਡਰਿਊ, ਅਸਿਸਟੈਂਟ ਖਜ਼ਾਨਾ ਸਕੱਤਰ ਸੈਨੇਟਰ ਨੀਲਸਨ ਆਲਡਰਿਚ, ਫਰੈਂਕ ਵੈਂਡਰਲਿਪ, ਖੁਨ ਲੋਏਬ, ਬੈਂਕਾਂ ਦਾ ਪ੍ਰਧਾਨ ਹੈਨਰੀ ਡੇਵਿਡਸਨ, JP ਮੋਰਗਨ, ਬੈਂਕ ਦਾ ਸੀਨੀਅਰ ਭਾਈਵਾਲ ਚਾਰਲਸ ਨੋਰਟਨ, ਮੋਰਗਨ ਦੇ ਪਹਿਲੇ ਨੈਸ਼ਨਲ ਆਫ ਨਿਊਯਾਰਕ ਦਾ ਪ੍ਰਧਾਨ ਪਾਉਲ ਵਾਰਬਰਗ, ਖੁਨ ਲੋਏਬ ਐਂਡ ਕੰਪਨੀ ਵਿੱਚ ਭਾਈਵਾਲ ਅਤੇ ਬੈਂਜਾਮਿਨ ਸਟਰੋਂਗ, ਮੋਰਗਨ ਬੈਂਕਰਸ ਟਰਸਟ ਕਾਰਪੋਰੇਸ਼ਨ ਦਾ ਪ੍ਰਧਾਨ। 1913 ਦੇ ਫੈਡਰਲ ਰਿਜ਼ਰਵ ਐਕਟ ਨੇ ਅਮਰੀਕੀ ਸੰਵਿਧਾਨ ਨੂੰ ਢਾਹ ਦਿੱਤਾ ਅਤੇ ਸੰਯੁਕਤ ਰਾਜ ਵਿੱਚ ਵਿੱਤੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਵਿੱਤ ਧਾਰਕਾਂ ਦੇ ਇੱਕ ਅਹਿਮ ਐਕਟ ਵਜੋਂ ਉੱਭਰਿਆ। ਪਾਇਰੀ ਜੇ 1892 ਵਿੱਚ ਨਿਊਯਾਰਕ ਫੈਡਰਲ ਰਿਜ਼ਰਵ ਬੈਂਕ ਦਾ ਪਹਿਲਾ ਚੇਅਰਮੈਨ ਬਣਿਆ। ਫੈਡਰਲ ਰਿਜ਼ਰਵ ਬੈਂਕ ਦੇ ਇੱਕ ਦਰਜਨ ਦੇ ਕਰੀਬ ਮੈਂਬਰ ਉਸ 1892 ਵਾਲੇ ਆਰਡਰ ਆਫ ਸਕਲ ਐਂਡ ਬੋਨਸ ਨਾਲ ਜੁੜੇ ਹੋਏ ਸਨ। ਰੋਥਸਚਾਇਲਡ ਇਸ ਤੋਂ ਬਿਲਕੁਲ ਪੂਰੇ ਲੰਡਨ, ਇੰਗਲੈਂਡ ਤੋਂ ਸਾਰਾ ਕੰਮਕਾਰ ਚਲਾ ਰਿਹਾ ਸੀ। ਲੰਡਨ ਜੋ ਕਿ ਆਰਥਿਕ ਜ਼ਿਲ੍ਹਾ ਹੈ ਅਤੇ ਜਿਸ ਦਾ ਦ ਸਿਟੀ ਜਾਂ ਸਕੁਅਰ ਮਾਈਲ ਵੀ ਕਿਹਾ ਜਾਂਦਾ ਹੈ, ਸਾਰੇ ਪ੍ਰਮੁੱਖ ਬ੍ਰਿਟਿਸ਼ ਬੈਂਕਾਂ ਦੇ ਆਪਣੇ ਮੁੱਖ ਦਫ਼ਤਰ ਇੱਥੇ ਹੀ ਹਨ ਅਤੇ ਨਾਲ ਹੀ 385 ਵਿਦੇਸ਼ੀ ਬੈਂਕਾਂ ਦੇ ਬ੍ਰਾਂਚ ਦਫ਼ਤਰ ਹਨ, ਜਿਨ੍ਹਾਂ ਵਿੱਚੋਂ 70 ਅਮਰੀਕਾ ਦੇ ਹਨ। ਬੈਂਕ ਆਫ ਇੰਗਲੈਂਡ, ਸਟਾਕ ਐਕਸਚੇਂਜ, ਲੋਇਡਸ ਆਫ ਲੰਡਨ, ਦਾ ਬੈਲਟਿਕ ਐਕਸਚੇਂਜ, ਸ਼ਿਪਿੰਗ ਕੰਟਰੈਕਟਸ, ਫਲੀਟ ਸਟਰੀਟ, ਹੋਮ ਆਫ ਪਬਲਿਸ਼ਿੰਗ ਐਂਡ ਨਿਊਜ਼ਪੇਪਰ ਇੰਟਰਸਟਸ, ਦਾ ਲੰਡਨ ਕਮੋਡਿਟੀ ਐਕਸਚੇਂਜ ਟੂ ਟ੍ਰੇਡ ਕਾਫੀ, ਰਬਰ, ਸ਼ੂਗਰ ਐਂਡ ਵੂਲ ਅਤੇ ਦਾ ਲੰਡਨ ਮੈਟਲ ਐਕਸਚੇਂਜ ਵਗੈਰਾ ਇੱਥੇ ਹੀ ਸਥਾਪਿਤ ਹਨ। ਇਹ ਇੱਕ ਤਰ੍ਹਾਂ ਨਾਲ ਦੁਨੀਆ ਦਾ ਆਰਥਿਕ ਕੇਂਦਰ ਹੈ। ਨਦੀ ਦੇ ਉੱਤਰੀ ਕੰਢੇ 'ਤੇ ਸਥਿਤ ਹੈ, ਜਿਸ ਦਾ ਖੇਤਰਫਲ 667 ਏਕੜ ਜਾਂ 1 ਵਰਗ ਮੀਲ ਹੈ, ਜਿਸ ਨੂੰ ਧਰਤੀ ਦਾ ਸਭ ਤੋਂ ਅਮੀਰ ਵਰਗ ਮੀਲ ਜੋ ਜਾਣਿਆ ਜਾਂਦਾ ਹੈ।
ਜਿਸ ਨੇ ਵਿਸ਼ੇਸ਼ ਅਧਿਕਾਰਾਂ ਨੂੰ ਮਾਣਿਆ ਜੋ 1191 ਤੋਂ ਹੀ ਉਹਨਾਂ ਨੂੰ ਇੱਕ ਨਿਸ਼ਚਿਤ ਪੱਧਰ ਦੀ ਆਜ਼ਾਦੀ ਪ੍ਰਾਪਤ ਕਰਨ ਦੇ ਯੋਗ ਬਣਾਉਂਦੇ ਹਨ। 1215 ਵਿੱਚ ਇਸ ਦੇ ਨਾਗਰਿਕਾਂ ਨੂੰ ਕਿੰਗ ਜੌਨ ਤੋਂ ਇੱਕ ਚਾਰਟਰ ਮਿਲਿਆ ਜੋ ਇਹਨਾਂ ਨੂੰ ਹਰ ਸਾਲ ਇੱਕ ਮੇਅਰ ਚੁਣਨ ਦਾ ਅਧਿਕਾਰ ਦਿੰਦਾ ਸੀ, ਜਿਸ ਨੂੰ ਲਾਰਡ ਮੇਅਰ ਵਜੋਂ ਜਾਣਿਆ ਜਾਂਦਾ ਹੈ। ਇਹ ਪਰੰਪਰਾ ਅੱਜ ਵੀ ਜਾਰੀ ਹੈ। ਡੇਸ ਗ੍ਰਿਫਿਨ ਨੇ ਆਪਣੀ ਕਿਤਾਬ ਡੀਸੈਂਟ ਇਨਟੂ ਸਲੇਵਰੀ ਵਿੱਚ ਦ ਸਿਟੀ ਨੂੰ ਇੱਕ ਪ੍ਰਭੂਸੱਤਾ ਸੰਪੰਨ ਰਾਜ ਵੈਲਕਿਨ ਵਾਂਗ ਦੱਸਿਆ ਹੈ ਅਤੇ 1694 ਵਿੱਚ ਨਿੱਜੀ ਮਾਲਕੀ ਵਾਲੇ ਬੈਂਕ ਆਫ ਇੰਗਲੈਂਡ ਦੀ ਸਥਾਪਨਾ ਤੋਂ ਬਾਅਦ ਇਹ ਵਿੱਤੀ ਕੇਂਦਰ ਅਸਲ ਵਿੱਚ ਇੰਗਲੈਂਡ ਦੇ ਕੌਮੀ ਮਾਮਲਿਆਂ ਵਿੱਚ ਆਖਰੀ ਸ਼ਬਦ ਬਣ ਗਿਆ ਹੈ। ਉਹ ਦਲੀਲ ਦਿੰਦਾ ਹੈ ਕਿ ਦੇਸ਼ ਦਾ ਸਿਟੀ ਦੀਆਂ ਤਾਕਤਾਂ ਦੁਆਰਾ ਚਲਾਇਆ ਜਾਂਦਾ ਹੈ ਅਤੇ ਸਿੰਘਾਸਨ ਪ੍ਰਧਾਨ ਮੰਤਰੀ ਅਤੇ ਸੰਸਦ ਅਸਲ ਸ਼ਕਤੀ ਦੇ ਮਹਿਜ ਮੋਰਚੇ ਹਨ। E.C. ਨੱਠ ਆਪਣੀ ਕਿਤਾਬ ਐਮਪਾਇਰ ਆਫ ਦਾ ਸਿਟੀ ਵਿੱਚ ਲਿਖਦਾ ਹੈ ਕਿ ਜਦੋਂ ਰਾਣੀ ਦਾ ਸਿਟੀ ਵਿੱਚ ਦਾਖਲ ਹੁੰਦੀ ਹੈ ਤਾਂ ਉਹ ਲਾਰਡ ਮੇਅਰ ਉਸ ਦੇ ਅਧੀਨ 12-14 ਵਿਅਕਤੀਆਂ ਦੀ ਇੱਕ ਕਮੇਟੀ ਹੈ ਜਿਸ ਨੂੰ ਤਾਜ ਵਜੋਂ ਜਾਣਿਆ ਜਾਂਦਾ ਹੈ ਦੇ ਅਧੀਨ ਹੁੰਦੀ ਹੈ, ਕਿਉਂਕਿ ਇਹ ਨਿੱਜੀ ਮਾਲਕੀ ਵਾਲੀ ਕਾਰਪੋਰੇਸ਼ਨ ਮਹਾਰਾਣੀ ਜਾਂ ਸੰਸਦ ਦੇ ਅਧੀਨ ਨਹੀਂ ਹੈ। ਰੋਥਸਚਾਈਲਡ ਹੀ 1820 ਤੋਂ ਲੈ ਕੇ ਰਵਾਇਤੀ ਤੌਰ ਤੇ ਲਾਰਡ ਮੇਅਰ ਨੂੰ